ਜਿਹੜੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਸੀ ਕਿ ਇਹ ਚੋਣਾਂ 2022 ਦਾ ਸੈਮੀਫਾਈਨਲ ਹਨ ਤਾਂ ਕੀ ਹੁਣ ਉਹ ਇਹ ਸੈਮੀਫਾਈਨਲ ਹਾਰਨ ਵਾਲੀਆਂ ਟੀਮਾਂ 2022 ਦੇ ਫਾਈਨਲ ਦੇ ਵਿੱਚ ਆਉਣਗੀਆਂ? ਇਹ ਟਿੱਪਣੀ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਪਰਿੰਦਰ ਸਿੰਘ ਢਿੱਲੋਂ ਨੇ ਨਗਰ ਕੌਂਸਲ ਰੂਪਨਗਰ ਤੋਂ ਕਾਂਗਰਸ ਦੀ ਟਿਕਟ ਉੱਤੇ ਜਿੱਤੇ 17 ਕੌਂਸਲਰਾਂ ਦੇ ਮਿਲਣ ਦੇ ਦੌਰਾਨ ਮੀਡੀਆ ਦੇ ਅੱਗੇ ਕੀਤੀ। ਸੁਣੋ ਕੀ ਕਹਿਣਾ ਹੈ ਯੂਥ ਕਾਂਗਰਸ ਪੰਜਾਬ ਪ੍ਰਧਾਨ ਪਰਿੰਦਰ ਸਿੰਘ ਢਿੱਲੋਂ ਦਾ। ਸਾਰੇ ਪ੍ਰੈਸ ਵਾਲਿਆਂ ਦਾ, ਪਿੱਛੇ ਬੈਠੇ ਸਾਰੇ ਸਾਡੇ ਪਰਿਵਾਰ ਦਾ ਜਿਹੜਾ ਇੱਥੇ ਅੱਜ ਪਹੁੰਚਿਆ, ਔਰ ਸਾਡੇ 21 ਦੇ 21 ਜਿਹੜੇ ਸਾਡੇ ਨੁਮਾਇੰਦੇ ਸੀ ਜਿਨ੍ਹਾਂ ਨੇ ਇਕਜੁੱਟ ਹੋ ਕੇ ਬਹੁਤ ਖੂਬਸੂਰਤੀ ਨਾਲ ਇਲੈਕਸ਼ਨ ਲੜੀ। ਉਹਦੇ ਵਿੱਚੋਂ ਵੋਟਾਂ ਦੇ ਵਿੱਚ 17 ਜਿੱਤੇ, ਲੇਕਿਨ ਸਾਡੀ ਨਜ਼ਰ ਦੇ ਵਿੱਚ 21 ਦੇ 21 ਜਿੱਤੇ। ਔਰ ਸਾਰੀਆਂ ਸਾਡੀਆਂ ਮੇਰੀਆਂ ਮਾਤਾਵਾਂ ਭੈਣਾਂ, ਮੇਰੇ ਸਾਡੇ ਸਾਰੇ ਬਜ਼ੁਰਗ, ਸਾਡੇ ਵੱਡੇ ਭਰਾ, ਕੁਝ ਛੋਟੇ ਭਰਾ ਵੀ ਜਿੱਤੇ। ਔਰ ਸਾਡੀ ਸਾਰੀ ਇੱਥੋਂ ਦੀ ਲੀਡਰਸ਼ਿਪ ਲੋਕਲ, ਜਿੰਨੀ ਸਾਡੇ ਜ਼ਿਲ੍ਹੇ ਪੱਧਰ ਦੇ ਉੱਤੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਹ ਕੰਮ ਕੀਤਾ। ਵੱਡੀ ਗੱਲ ਇਹ ਸੀ ਵੀ ਇਸ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਬੜੀ ਸਿਖਰਾਂ 'ਤੇ ਸੀ। ਸਾਰਿਆਂ ਨੂੰ, ਭਾਵੇਂ ਸੈਂਟਰ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਸੀ ਉਹ ਪਾਰਟੀ ਸੀ, 9 ਮਾਸ ਦਾ ਰਿਸ਼ਤਾ ਵੱਖ-ਵੱਖ ਹੋ ਗਿਆ ਸੀ, ਔਰ ਦਿੱਲੀ ਮਾਡਲ ਦੀਆਂ ਬੜੀਆਂ ਗੱਲਾਂ ਹੋ ਰਹੀਆਂ ਸੀ। ਉਸ ਤਰੀਕੇ ਨਾਲ ਵੇਖਿਆ ਜਾਵੇ ਤੇ ਇਹ ਜਿਹੜੀ ਇਲੈਕਸ਼ਨ ਸੀ, ਇਹਨੂੰ ਸਾਰੇ ਮੰਨ ਰਹੇ ਸੀ ਵੀ ਸ਼ਾਇਦ ਸਰਕਾਰ ਦਾ ਜਿਹੜਾ ਅਸਰ ਆ, ਕਿਉਂਕਿ ਸਾਰੇ ਕਹਿੰਦੇ 6 ਮਹੀਨੇ ਰਹਿ ਗਏ, 6 ਮਹੀਨਿਆਂ ਵਾਸਤੇ ਥੋੜ੍ਹਾ ਕੋਈ ਗੱਲ ਕਰਦੇ ਸੀ। ਅਕਾਲੀ ਦਲ ਦਾ ਸ਼ਰੇਆਮ ਕਹਿੰਦੇ ਸੀ, ਲੇਕਿਨ ਇਸ ਚੀਜ਼ ਨੇ, ਲੋਕਾਂ ਦੇ ਵਿਸ਼ਵਾਸ ਨੇ ਔਰ ਇਸ ਜਿੱਤ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਸਰਕਾਰ ਦੇ ਅੰਦਰ, ਕਾਂਗਰਸ ਪਾਰਟੀ ਦੀ ਸਰਕਾਰ ਦੇ ਅੰਦਰ, ਜਾਖੜ ਸਾਹਿਬ ਦੀ ਜਿਹੜੀ ਪ੍ਰਧਾਨਗੀ ਸੀ, ਉਸ ਚੀਜ਼ ਨੂੰ ਵਿਸ਼ਵਾਸ ਵੀ ਦਿਵਾਇਆ। ਔਰ ਵੱਡੀ ਇਹ ਗੱਲ ਆ ਵੀ ਜਿਸ ਤਰੀਕੇ ਨਾਲ ਜਿੱਤ ਹੋਈ ਆ, ਉਹ ਇੱਕ ਬੜੇ ਅੱਛੇ ਸੰਕੇਤ ਆ ਰੋਪੜ ਸ਼ਹਿਰ ਵਾਸਤੇ। ਅੱਗੇ ਕਮੇਟੀ ਬਣੀ ਸੀ ਪਹਿਲੋਂ, ਮੇਰੇ ਖਿਆਲ ਨਾਲ ਅਕਾਲੀ ਦਲ ਦੇ 11 ਸੀ ਜੀ ਉਦੋਂ, ਤੇ 6 ਆਜ਼ਾਦ, 3 ਇਧਰੋਂ ਉਧਰੋਂ ਕਰਕੇ 4 ਬੀਜੇਪੀ, ਐ ਕਰਕੇ ਉਸ ਲੜੋ ਲੜਾਈ ਜੀ ਰਹਿੰਦੀ ਰਹੀ। ਔਰ ਉਸ ਰਾਜਨੀਤੀ ਦੇ ਵਿੱਚ ਇਹਨਾਂ ਨੇ ਬੜਾ ਸ਼ਹਿਰ ਦਾ ਨੁਕਸਾਨ ਕੀਤਾ। ਮੈਂ ਅੱਜ ਅਖਬਾਰਾਂ ਵੀ ਪੜ੍ਹ ਰਿਹਾ ਸੀ, ਖਬਰਾਂ ਵੀ ਦੇਖ ਰਿਹਾ ਸੀ, ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਕਾਂਗਰਸ ਦਾ ਕਬਜ਼ਾ। ਤੁਸੀਂ ਸਾਰੇ ਸੀਨੀਅਰ ਪੱਤਰਕਾਰ ਹੋ, ਸਾਰੇ ਆਪਣੇ ਆਪ ਦੇ ਵਿੱਚ ਇੱਕ ਐਕਸਪਰਟ ਹੋ, ਮੈਂ ਇਹ ਕਹਿੰਦਾ ਇਹ ਕਾਂਗਰਸ ਦਾ ਕਬਜ਼ਾ ਨਹੀਂ, ਇਹ ਲੋਕਾਂ ਦਾ ਕਬਜ਼ਾ ਹੋਇਆ ਵਾ ਕਮੇਟੀ ਦੇ ਉੱਤੇ। ਲੋਕਾਂ ਦੀ ਜਿਹੜੀ ਵਿਲ ਸੀ ਉਹ ਸਾਹਮਣੇ ਆਈ, ਔਰ ਕਾਂਗਰਸ ਜੋ ਆ ਲੋਕਾਂ ਦੀ ਹੀ ਇੱਕ ਆਵਾਜ਼ ਆ। ਔਰ ਵੱਡੀ ਇਹ ਗੱਲ ਆ ਵੀ ਇੱਕ ਸੋਚ ਨਾਲ ਅਸੀਂ ਇਸ ਕਮੇਟੀ ਨੂੰ ਅੱਗੇ ਲੈ ਕੇ, ਜਿਹੜੀ ਠੀਕ ਆ, ਕੱਲ੍ਹ ਬੜੀ ਖੁਸ਼ੀ ਵੀ ਮਨਾਈ ਗਈ, ਬਹੁਤ ਜ਼ਿਆਦਾ ਇੱਕ ਹੌਸਲਾ ਵੀ ਮਿਲਿਆ, ਲੇਕਿਨ ਅੱਜ ਤੋਂ ਕੰਮ ਸ਼ੁਰੂ ਹੋਇਆ। ਹਲੇ ਤਾਂ ਇੱਕ 5 ਸਾਲਾਂ ਦੀ ਜਿਹੜੀ ਕਮੇਟੀ ਆ ਉਹਦੀ ਮਿਆਦ ਸ਼ੁਰੂ ਹੋਈ ਆ। ਔਰ ਇਸ ਕਮੇਟੀ ਦੇ ਵਿੱਚ ਅਸੀਂ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬੜਾ ਕੁਝ ਕਰਨ ਦੇ ਬਾਵਜੂਦ, ਇਹ ਕਮੇਟੀਆਂ ਦਾ ਅਧਿਕਾਰ ਜਿਹੜਾ ਮਿਲਿਆ ਲੋਕਾਂ ਨੂੰ, ਇਹਨੂੰ ਸਹੀ ਢੰਗ ਨਾਲ ਅੱਗੇ ਕਿਵੇਂ ਲੈ ਕੇ ਜਾਣਾ, ਇਹ ਬੜਾ ਵੱਡਾ ਸਾਡੇ ਸਾਰਿਆਂ ਵਾਸਤੇ, ਸਾਡੇ ਸਾਰੇ 21 ਦੇ 21 ਕੌਂਸਲਰਾਂ ਵਾਸਤੇ ਇੱਕ ਵੱਡਾ ਚੈਲੰਜ ਹੋਊਗਾ। ਕਮੇਟੀ ਨੂੰ ਤਗੜਾ ਕਿਵੇਂ ਕਰਨਾ? ਕਮੇਟੀ ਤਗੜੀ ਹੋਊਗੀ ਤਾਂ ਹੀ ਲੋਕਾਂ ਦੇ ਵਾਸਤੇ ਕੁਝ ਅੱਗੇ ਕਰ ਸਕੂ। ਕਮੇਟੀ ਦਾ ਫਾਈਨੈਂਸ਼ੀਅਲ ਢਾਂਚਾ ਕੀ ਆ, ਕਮੇਟੀ ਦੀ ਇਨਕਮ ਕੀ ਆ, ਕਮੇਟੀ ਤੇ ਲਾਇਬਿਲਟੀਜ਼ ਕੀ ਆ, ਇਹ ਵੱਡੇ ਸਵਾਲ ਆ ਜਿਹੜੇ ਬੜੀ ਘੱਟ ਵਾਰ ਆਪਾਂ ਮੱਦੇ ਨਜ਼ਰ ਆਉਂਦੇ ਆ। ਇੱਕ ਇਹੋ ਜਿਹੀ ਕਮੇਟੀ ਅੱਜ ਸ਼ੁਰੂਆਤ ਹੋਈ ਆ, ਅੱਗੇ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਕਿਹੜੇ ਪਾਸੇ ਨੂੰ ਜਾਂਦੀ ਆ। ਲੇਕਿਨ ਤੁਹਾਡੇ ਕੋਲ ਇੱਕ ਬੜਾ, ਸਾਰੇ ਕਾਉਂਸਲਰ ਸਾਹਿਬਾਨਾਂ ਕੋਲ ਇੱਕ ਬੜਾ ਵਧੀਆ ਮੌਕਾ ਵਾ, ਬੜਾ ਵਧੀਆ ਮਾਹੌਲ ਆ, ਜਿਹਦੇ ਵਿੱਚ ਤੁਸੀਂ ਇਸ ਕਮੇਟੀ ਨੂੰ ਸਿਖਰਾਂ ਤੱਕ ਲੈ ਕੇ ਜਾ ਸਕਦੇ ਜੇ। ਔਰ ਜਿਵੇਂ ਪੁਰਾਣੀਆਂ ਕਮੇਟੀਆਂ ਦੀ ਕਿਤੇ ਮਿਸਾਲ ਦਿੱਤੀ ਜਾਂਦੀ ਆ, ਲੋਕਾਂ 'ਚ ਇੱਕ ਵਿਸ਼ਵਾਸ ਪੈਦਾ ਕਰ ਸਕਦੇ ਜੇ ਇਸ ਕਮੇਟੀ ਬਾਰੇ। ਤੁਸੀਂ ਵੇਖੋ ਕਿਸ ਤਰੀਕੇ ਨਾਲ ਇੱਕ ਨੌਜਵਾਨ ਮੁੰਡੇ ਨੇ ਇੱਕ ਐਕਸਪੀਰੀਅੰਸ ਨੂੰ ਹਰਾਇਆ ਨਹੀਂ, ਬਲਕਿ ਜ਼ਬਰਦਸਤ ਤਰੀਕੇ ਨਾਲ ਪਛਾੜਿਆ ਔਰ ਲੋਕਾਂ ਦੇ ਵਿੱਚ ਇੱਕ ਮੈਸੇਜ ਦਿੱਤਾ। ਮੈਂ ਖਾਸ ਤੌਰ ਤੇ ਨੌਜਵਾਨਾਂ ਦੀ ਗੱਲ ਕਰੂੰਗਾ ਇੱਥੇ। ਨੌਜਵਾਨਾਂ ਨੂੰ ਜਦੋਂ ਮੌਕਾ ਮਿਲਦਾ ਵਾ, ਔਰ ਸਪੈਸ਼ਲੀ MC ਇਲੈਕਸ਼ਨਾਂ ਵਿੱਚ, ਚਲੋ ਇੱਕ ਵੱਡੇ ਸਤਰ ਦੇ ਉੱਤੇ ਮੰਤਰੀ ਲੈਵਲ, MLA ਲੈਵਲ ਤੇ ਉਹ ਸਟੇਟ ਦਾ ਇੱਕ ਵੱਡਾ ਮਸਲਾ ਬਣਦਾ, ਲੇਕਿਨ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਇੱਕ ਮੌਕਾ ਇਸ ਸਟੇਜ ਦੇ ਉੱਤੇ ਜਿਵੇਂ ਦਿੱਤਾ ਗਿਆ ਵਾ, ਇਹ ਇੱਕ ਬੜੀ
ਜ਼ਬਰਦਸਤ ਗੱਲ ਆ ਇਸ ਡੈਮੋਕ੍ਰੇਸੀ ਵਾਸਤੇ ਔਰ ਇਸ ਸਮਾਜ ਨੂੰ ਸੁਧਾਰਨ ਵਾਸਤੇ। ਸੋ ਇਹ ਸਾਡੇ ਸਾਰੇ ਕੈਂਡੀਡੇਟ ਸੀਗੇ, ਕਿਉਂਕਿ ਸਾਡੇ ਕੋਲ ਸਿਰਫ 7 ਤੋਂ 9 ਮਹੀਨਿਆਂ ਦਾ ਸਮਾਂ ਵਾ। ਕਿਸੇ ਵੀ ਟਾਈਮ ਕੋਡ ਲੱਗ ਸਕਦਾ ਵਾ। ਸਰਕਾਰ ਉੱਪਰੋਂ ਪਤਾ ਨਹੀਂ ਕੀ ਮਨਸ਼ਾਵਾਂ ਰੱਖਦੀ ਆ। ਸਰਕਾਰਾਂ ਭੰਗ ਕਰਨ ਦੀਆਂ ਵੀ ਬੜੀ ਵਾਰ ਗੱਲਾਂ ਚੱਲਦੀਆਂ, ਲੇਕਿਨ ਸਾਨੂੰ ਇਸ ਚੈਲੰਜ ਨੂੰ ਬੇਸ਼ੱਕ 5 ਸਾਲਾਂ ਦੀ ਕਮੇਟੀ ਦੀ ਮੁਆਦ ਆ, ਲੇਕਿਨ ਲੋਕਾਂ ਨੇ ਸਾਡੇ ਤੋਂ ਸਾਲ ਬਾਅਦ ਜਵਾਬ ਜ਼ਰੂਰ ਮੰਗਣਾ ਜਦੋਂ ਅਸੀਂ ਅਗਲੀ ਇਲੈਕਸ਼ਨ ਵਿੱਚ ਜਾਣਾ। ਸੋ ਮੈਂ ਸਾਰੀ ਕਮੇਟੀ ਨੂੰ ਤੁਹਾਡੇ ਰਾਹੀਂ ਵੀ ਔਰ ਕਮੇਟੀ ਨੂੰ ਵੀ ਡਾਇਰੈਕਟਲੀ ਵੀ ਅਪੀਲ ਕਰੂੰਗਾ ਵੀ ਤੁਹਾਡੇ ਹੱਥ ਜਿਹੜੀ ਜ਼ਿੰਮੇਵਾਰੀ ਆਈ ਆ, ਤੁਸੀਂ ਉਮੀਦ ਕਰਦੇ ਆ ਕਿ ਇਕਜੁੱਟਤਾ ਜਿਵੇਂ ਤੁਸੀਂ ਇਸ ਇਲੈਕਸ਼ਨ 'ਚ ਵਿਖਾਈ ਆ, ਉਵੇਂ ਤੁਹਾਡੀ ਰੈਗੂਲਰ ਮੀਟਿੰਗਸ ਹੋਣ, ਰੈਗੂਲਰ ਤੁਹਾਡਾ ਵਿਚਾਰ ਵਟਾਂਦਰਾ ਹੋਵੇ, ਔਰ ਕੋਈ ਆਪਾਂ ਜੰਗ ਦਾ ਮੈਦਾਨ ਨਹੀਂ ਬਣਾਉਣਾ। ਨਾਲ ਅਕਾਲੀ ਦਲ ਦੇ ਦੋਵੇਂ ਉਮੀਦਵਾਰਾਂ ਨੂੰ ਔਰ ਉਹਨਾਂ ਦੇ ਜਿਹੜੇ ਬਾਕੀ ਉਮੀਦਵਾਰ ਆ ਉਹਨਾਂ ਨੂੰ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਵੀ ਇੱਕ ਭਾਈਚਾਰਕ ਸਾਂਝ ਆਪਣੇ ਸ਼ਹਿਰ ਦੀ ਬਰਕਰਾਰ ਰਵੇ। ਮੈਂ ਜਿਵੇਂ ਪਹਿਲਾਂ ਕਿਹਾ ਸੀ, ਜਿੱਤਣ ਤੋਂ ਪਹਿਲਾਂ ਤੁਸੀਂ ਸਾਰੇ ਜਦੋਂ ਇਲੈਕਸ਼ਨ ਲੜੀ ਸੀ ਉਦੋਂ ਵੀ ਚਾਹ ਪੀ ਕੇ ਆਏ ਹੋ। ਮੈਂ ਔਰ ਫਿਰ ਤੁਹਾਨੂੰ ਦੁਬਾਰਾ ਅਪੀਲ ਕਰਦਾ, ਹਾਰਨ ਤੋਂ ਜਿਹੜਾ ਕੋਈ ਹਾਰ ਗਿਆ ਜਿੱਤ ਗਿਆ, ਇਹ ਜ਼ਿੰਦਗੀ ਦਾ ਹਿੱਸਾ ਵਾ। ਮੈਂ ਫਿਰ ਤੁਹਾਨੂੰ ਕਹਿੰਦਾ, ਇੱਕ ਵਾਰ ਜਾ ਕੇ ਜਿਹੜੇ ਜਿੱਤ ਗਿਆ ਉਹਨਾਂ ਨੂੰ ਖੁਰਾਕ ਦੇ ਲਈ ਵਿਖਾਣੀ ਚਾਹੀਦੀ ਆ, ਔਰ ਆਪਣੇ ਕੈਂਡੀਡੇਟ ਨੂੰ ਘੱਟੋ ਘੱਟ ਜਾ ਕੇ ਚਾਹ ਪੀਣੀ ਚਾਹੀਦੀ ਆ, ਗੱਲ ਕਰਨੀ ਚਾਹੀਦੀ ਆ, ਔਰ ਵਾਰਡ ਦੇ ਵਿਕਾਸ ਵਾਸਤੇ ਜੋ ਕੋਈ ਸਾਂਝੇ ਕੰਮ ਆ ਉਹਨਾਂ ਨੂੰ ਤਵੱਜੂ ਦੇਣੀ ਚਾਹੀਦੀ ਆ। ਤਾਕਤ ਹੋਰ ਬਖਸ਼ੋਗੇ ਔਰ ਹੋਰ ਤਾਕਤ ਦੇ ਨਾਲ ਹੋਰ ਵਧੀਆ ਤਰੀਕੇ ਨਾਲ ਕੰਮ ਕਰਾ ਸਕਾਂਗੇ। ਅੱਜ ਤੁਸੀਂ ਲੋਕਾਂ ਵੱਲੋਂ ਇੱਕ ਕਮੇਟੀ ਇੱਕ ਸਕਿੰਟ ਤੋਂ ਪਾਣੀ ਸਾਡੇ ਕੋਲ ਬਹੁਤ ਹੈਗਾ ਔਰ 56 ਕਰੋੜ ਦੀਆਂ ਪਾਈਪਾਂ ਵੀ ਪਵਾਤੀਆਂ ਨੇ, ਤੇ ਪਾਣੀ ਫਿਰ ਪਹੁੰਚਿਆ ਕਿਉਂ ਨਹੀਂ? ਮੈਂ ਉਹੀ ਕਹਿੰਦਾ ਨਹੀਂ ਉਹਦਾ ਫਿਰ ਮੈਂ ਜੋ ਪਹਿਲਾਂ ਲਿਸਨ ਪਲੀਜ਼। ਆਪਣੇ ਕੋਲ ਕੀ ਹੈ? ਨਹੀਂ ਅਸੀਂ ਆਪਣਾ ਤੁਹਾਨੂੰ ਦੱਸਾਂਗੇ ਨਾ ਬਾਅਦ 'ਚ। ਪਹਿਲਾਂ ਤਾਂ ਉਹ ਦੱਸਣ ਵੀ ਪਾਈਪਾਂ ਹੈਗੀਆਂ ਥੱਲੇ, ਜੇ ਹੈਗੀਆਂ ਨੇ ਤੇ ਪਾਣੀ ਕਿਉਂ ਨਹੀਂ? ਤੁਸੀਂ ਕਿਹਾ ਪਾਣੀ ਫालतू ਹੈਗਾ, ਮੇਰਾ ਇਹ ਸੋਚਣਾ ਨਹੀਂ ਹੈ। 56 ਕਰੋੜ ਰੁਪਈਆ ਉਹਨਾਂ ਨੇ ਜ਼ਮੀਨ 'ਚ ਗਰਕ ਕਰਤਾ ਚੀਮਾ ਸਾਹਿਬ ਨੇ। ਅਗਰ ਉਹ 'ਚ 16 ਕਰੋੜ ਵਾਸਤੇ ਅਲੱਗ ਤੋਂ ਇੱਕ ਕਨੈਕਸ਼ਨ ਲਿੱਤਾ ਹੁੰਦਾ, ਉਸ ਟੈਂਕੀ ਨੂੰ ਲਾਇਆ ਹੁੰਦਾ, ਤਾਂ ਪਾਣੀ ਸਭ ਘਰ 'ਚ ਹੁੰਦਾ। ਪਾਣੀ ਦੀ ਕਿੱਲਤ ਹੈ, ਸਰਪਲਸ ਪਾਣੀ ਨਹੀਂ ਹੈ, ਲੇਕਿਨ ਦੂਸਰਾ ਸੋਰਸ ਬਣਾਇਆ ਨਹੀਂ। ਇਹ ਨਲਾਇਕੀ ਹੋ ਗਈ। ਆਪਾਂ ਕੋਸ਼ਿਸ਼ ਕਰਾਂਗੇ। ਢਿੱਲੋਂ ਨੇ ਇਹੀ ਗੱਲ ਕਹੀ ਹੈ, ਇਹ ਜਦੋਂ ਉਹ ਸੋਰਸ ਕੰਪਲੀਟ ਹੋਏਗਾ ਫਿਰ ਪਾਣੀ ਪਹੁੰਚ ਪਾਏਗਾ। ਹਾਲੇ ਸਾਡੇ ਕੋਲ ਇੰਨਾ ਪਾਣੀ ਨਹੀਂ ਹੈ ਕਿ ਸਭ ਨੂੰ ਪਹੁੰਚ ਸਕਦਾ। ਤੁਹਾਡੇ ਜਵਾਬ ਦਾ ਇਹ ਹੈ। ਉਹਦਾ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲਿਆ ਜਿਹੜਾ ਬੀਜੇਪੀ ਤੇ ਅਕਾਲੀ ਦਲ ਬਹੁਤ ਜ਼ਿਆਦਾ ਬੈਕਵਰਡ ਤੇ ਚਲੇ। ਬੜਾ ਵਧੀਆ ਸਵਾਲ ਤੁਹਾਡਾ। ਦੇਖੋ, ਇਹ ਮੁੱਦਾ ਕਿਤੇ ਨਾ ਕਿਤੇ ਸਾਰੇ ਕਹਿੰਦੇ ਸੀ ਪਿੰਡਾਂ ਦਾ ਮੁੱਦਾ ਵਾ, ਇਹ ਇੱਕ ਕੀਤੇ ਦਾ ਮੁੱਦਾ ਵਾ, ਇੱਕ ਉਹ ਮਸਲਾ। ਲੇਕਿਨ ਜਿਸ ਤਰੀਕੇ ਨਾਲ ਸ਼ਹਿਰਾਂ ਨੇ 90% 80 ਤੋਂ 90% ਸੀਟਾਂ ਕਾਂਗਰਸ ਨੂੰ ਦਿੱਤੀਆਂ, ਉਹਨਾਂ ਨੇ ਇਹ ਮੋਦੀ ਨੂੰ ਵੀ ਮੈਸੇਜ ਦਿੱਤਾ, ਕਿਉਂਕਿ ਬੀਜੇਪੀ ਜਿਹੜੀ ਸੀ ਉਹ ਸੋਚਦੀ ਸੀ ਜੀ ਸ਼ਹਿਰਾਂ ਦੀ ਪਾਰਟੀ ਆ, ਸ਼ਹਿਰਾਂ ਦੇ ਵਿੱਚੋਂ ਕਿਤੇ 2 ਵੋਟਾਂ ਪਈਆਂ, ਸ਼ਾਇਦ ਆਪਣੇ ਵੀ ਇੱਥੇ ਕਿਤੇ 2 ਵੋਟਾਂ ਪਾ ਗਿਆ ਕੋਈ ਬੀਜੇਪੀ ਦੇ ਕੈਂਡੀਡੇਟ ਨੂੰ। ਇਹ ਹੈਰਾਨਗੀ ਵਾਲੀ ਗੱਲ ਆ, ਬੀਜੇਪੀ ਨੂੰ ਕੈਂਡੀਡੇਟ ਨਾ ਮਿਲਣ, ਬੀਜੇਪੀ ਸ਼ਹਿਰਾਂ ਦੇ ਵਿੱਚ ਕਿਤੇ ਪ੍ਰੈਜ਼ੈਂਸ ਨਾ ਰਜਿਸਟਰ ਕਰ ਸਕੇ। ਅਸ਼ਵਨੀ ਸ਼ਰਮਾ ਜੀ ਪਠਾਨਕੋਟ ਤੋਂ ਹਾਰਦੇ ਆ ਬੁਰੀ ਤਰ੍ਹਾਂ, ਆਪਣਾ ਕੀ ਕਹਿੰਦੇ ਔਂ ਹੀ ਉਹਨਾਂ ਦੇ ਤਿਕਸ਼ਨ ਸੂਦ ਜੀ ਦੇ ਘਰ ਵਾਲੀ ਹਾਰਦੇ ਆ। ਮੈਂ ਇਸ ਕਰਕੇ ਕਹਿ ਰਿਹਾ, ਇਹਨਾਂ ਦੇ ਗੜ੍ਹ ਸੀਗੇ ਹੁਸ਼ਿਆਰਪੁਰ ਤੋਂ MP ਦੇ ਵਿੱਚ ਤਕੜੇ ਤਰੀਕੇ ਨਾਲ ਜਿੱਤੇ, ਕੈਂਡੀਡੇਟ ਨਾ ਮਿਲਣੇ। ਇਹ ਪੰਜਾਬ ਵਾਲਿਆਂ ਨੇ ਇਹ ਮੈਸੇਜ ਦਿੱਤਾ ਵੀ ਅਸੀਂ ਇਕੱਠੇ ਹਾਂ, ਸਾਨੂੰ ਵੱਖਵਾਦ ਔਰ ਸਾਨੂੰ ਇਹ ਵੱਖਰਾ ਕਰਕੇ ਨਾ ਵੇਖਿਆ ਜਾਵੇ, ਸਾਨੂੰ ਖਾਲਿਸਤਾਨੀ ਆਤੰਕਵਾਦੀ ਦੇ ਰੂਪ ਵਿੱਚ ਨਾ ਤੋਰਿਆ ਜਾਵੇ। ਪੰਜਾਬ ਦੇ ਸ਼ਹਿਰ ਵਾਲਿਆਂ ਨੇ ਇਸ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਇਹ ਵਿਸ਼ਵਾਸ ਦਿਵਾਇਆ, ਅਗਰ ਅਸੀਂ ਸੇਫ ਹਾਂ ਔਰ ਅਗਰ ਅਸੀਂ ਸਿਕਿਉਰ ਹਾਂ ਔਰ ਪੰਜਾਬ ਉਹ ਕਾਂਗਰਸ ਦੇ ਅੰਡਰ ਆ। ਨਾ ਉਹਨਾਂ ਨੇ ਬੀਜੇਪੀ ਨੂੰ ਪਾਈਆਂ, ਨਾ ਉਹਨਾਂ ਨੇ ਅਕਾਲੀ ਦਲ ਨੂੰ ਪਾਈਆਂ। ਆਮ ਆਦਮੀ ਜਿਹੜੀ ਸਭ ਤੋਂ ਵੱਧ ਡਰਾਮਾ ਪਖੰਡ ਕਰ ਰਹੀ ਆ, ਕਦੀ ਉੱਥੇ ਬਾਰਡਰ ਤੇ ਪਹੁੰਚ ਜਾਂਦੇ ਮੁੱਖ ਮੰਤਰੀ 10 ਕਿਸਾਨਾਂ ਨੂੰ ਮਿਲ ਕੇ ਕਹਿੰਦੇ ਮੈਂ ਕਿਸਾਨਾਂ ਨੂੰ ਮਿਲ ਆਇਆ, ਕਦੀ ਯਾਰ ਆਪਣਾ ਉਹਨਾਂ ਦੇ ਕੇਜਰੀਵਾਲ ਸਾਹਿਬ ਉੱਥੇ ਕਹਿੰਦੇ ਅਸੀਂ ਵਾਈਫਾਈ ਲਾਤਾ, ਕੀ ਲਾਤਾ, ਔਰ ਉੱਥੇ ਪੂਰੀ ਉਹਨਾਂ ਨੇ ਕੋਸ਼ਿਸ਼ ਕੀਤੀ ਵੜਨ ਦੀ ਬਾਏ ਹੁੱਕ ਔਰ ਬਾਏ ਕਰੁੱਕ। ਲੇਕਿਨ ਲੋਕਾਂ ਨੇ ਇਹ ਦੱਸਤਾ ਵੀ ਲੋਕੀ ਇਕੱਲੇ ਫੇਸਬੁੱਕ ਔਰ ਟਵਿੱਟਰ ਦੀ ਰਾਜਨੀਤੀ ਦੇ ਉੱਤੇ ਨਹੀਂ ਪ੍ਰਭਾਵਿਤ ਹੋ ਕੇ ਸਰਕਾਰਾਂ ਬਣਾ ਸਕਦੇ। ਉਹ ਲੋਕ ਸਮਝਦਾਰ ਆ, ਵੋਟਰ ਸਮਝਦਾਰ ਆ, ਔਰ ਉਸ ਹਿਸਾਬ ਨਾਲ ਹੀ ਸਰਕਾਰਾਂ ਬਣਨਗੀਆਂ ਜਿਹੜੇ ਲੋਕ ਕੰਮ ਕਰਨਗੇ ਔਰ ਇਹ ਕਰਨਗੇ। ਇਸ ਤੋਂ ਇਲਾਵਾ ਰੋਪੜ ਸ਼ਹਿਰ ਕੈਂਡੀਡੇਟ ਨਹੀਂ ਮਿਲੇ। ਨਹੀਂ, ਬੀਜੇਪੀ ਦੀ ਵਾਧਾ ਕਿ ਆਪ ਦੀ ਵਾਧਾ? ਬੀਜੇਪੀ ਦੀ। ਮੈਂ ਇਹੀ ਕਹਿ ਰਿਹਾ, ਅਗਰ ਇਸ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਵੱਧ, ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਇੰਡੀਪੈਂਡੈਂਟ ਵੀ ਇਹਨਾਂ ਦੋਵਾਂ ਤੋਂ ਜ਼ਿਆਦਾ ਵਾ। ਜਿਹੜੀ ਇੰਡੀਪੈਂਡੈਂਟਾਂ ਦੀ ਗਿਣਤੀ ਆ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਇੱਕ ਮੇਰਾ ਫੋਨ ਦਾ ਹੀ ਦੂਜੇ ਵਾਲਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੰਜਾਬ 1400 ਦੇ ਆਸ-ਪਾਸ ਕਾਂਗਰਸੀ ਉਮੀਦਵਾਰ ਜਿੱਤੇ ਆ। ਦੂਜੇ ਨੰਬਰ ਤੇ ਅਕਾਲੀ ਦਲ ਕਿਤੇ ਮਾੜੀ ਮੋਟੀ 200-250 ਦੇ ਆਸ-ਪਾਸ ਆ। ਅਕਾਲੀ ਦਲ ਤੋਂ 10-15 ਘੱਟ ਹੀ ਇੰਡੀਪੈਂਡੈਂਟ ਆ। ਉਹ ਤੋਂ ਮਗਰ ਬੀਜੇਪੀ ਔਰ ਉਹ ਤੋਂ ਮਗਰ ਆਪ ਆ, ਜਾਂ ਆਪ ਅੱਗੇ ਬੀਜੇਪੀ, ਮਤਲਬ ਇਹਨਾਂ 'ਚ ਵੀ 10 ਮਤਲਬ ਆਜ਼ਾਦ ਉਮੀਦਵਾਰਾਂ ਤੋਂ ਵੀ ਮਗਰ ਇਹ ਚਲੇ ਗਏ ਜਿਹੜੇ ਕਹਿੰਦੇ ਸੀ ਵੀ ਅਸੀਂ ਪਤਾ ਨਹੀਂ ਕੀ ਕਰ ਦੇਣਾ। ਔਰ ਕੱਲ
ਹੈਰਾਨੀਜਨਕ ਇਹਨਾਂ ਦਾ ਚੀਮਾ ਸਾਹਿਬ ਦਾ ਬਿਆਨ ਆ ਰਿਹਾ ਵੀ ਸਾਨੂੰ ਬਹੁਤ ਤਕੜੀ ਮਤਲਬ ਐਂਟਰੀ ਮਿਲ ਗਈ ਸ਼ਹਿਰਾਂ 'ਚ 2% ਵੋਟ ਜਿੱਤੇ ਹੋਣ ਔਰ ਉਸ ਸ਼ਹਿਰ ਮਤਲਬ ਇਹ ਤਾਂ ਉਹੀ ਗੱਲ ਹੋ ਗਈ ਵੀ ਇਹਨਾਂ ਦਾ ਜਿਹੜਾ ਇੱਕ ਲਿਫਾਫਾ ਸੀ ਔਰ ਇਹ ਵੱਡੀ ਗੱਲ ਇਹ ਉਮੜ ਕੇ ਆ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਲੜਾਈ ਆ ਉਹ ਕਿਹੜੀ ਪਾਰਟੀ ਦੇਊਗੀ ਕਾਂਗਰਸ ਪਾਰਟੀ ਨੂੰ। ਸਾਰੇ ਕਹਿੰਦੇ ਸੈਮੀਫਾਈਨਲ ਨਾ ਸੈਮੀਫਾਈਨਲ ਜਿਹੜੀਆਂ ਟੀਮਾਂ ਹਾਰ ਜਾਂਦੀਆਂ ਉਹ ਫਿਰ ਦੁਬਾਰਾ ਫਾਈਨਲ 'ਚ ਨਹੀਂ ਆਉਂਦੀਆਂ। ਸੋ ਫਾਈਨਲ 'ਚ ਕਿਹੜੀ ਸ਼ਾਇਦ ਕੋਈ ਨਵੀਂ ਪਾਰਟੀ ਨਾ ਆ ਜਾਏ ਜਾਂ ਕੋਈ ਕਿਤੋਂ ਨਾ ਉੱਠ ਖੜੇ, ਇਹ ਵੱਡੀ ਮਸਲਾ ਰਹੂਗਾ। ਸੈਮੀਫਾਈਨਲ 'ਚ ਹਾਰੀਆਂ ਹੋਈਆਂ ਟੀਮਾਂ ਫਾਈਨਲ 'ਚ ਆਉਂਦੀਆਂ ਕਿ ਨਹੀਂ ਆਉਂਦੀਆਂ ਇਹ ਵੀ ਵੇਖਣਾ ਪਊਗਾ। ਦੇਖੋ ਅਗਰ ਤੁਸੀਂ ਕਹੋ ਅਕਾਲੀ ਦਲ ਅੱਜ ਵੀ 26-27% ਤਾਂ ਚਟਾਲਿਆਂ ਨੂੰ ਵੀ ਇੰਨੇ ਸਾਲ ਹੋ ਗਏ 26-27% ਤਾਂ ਪੈਂਦੀ ਰਹਿੰਦੀ, ਲੇਕਿਨ ਸਰਕਾਰ ਬਣਾਉਣ ਦੀ ਸ਼ਮਤਾ ਨਹੀਂ ਰੱਖਦੇ। ਸੋ ਉਹੀ ਰਹੂਗੀ ਔਰ ਮੇਰੀ ਇੱਕ ਚੀਮਾ ਸਾਹਿਬ ਨੂੰ ਵੀ ਅਪੀਲ ਰਹੂਗੀ, ਇਹ ਵੀ ਗੱਲਾਂ ਸੁਣਨ ਚ ਆ ਰਹੀਆਂ ਵੀ ਜਿਵੇਂ ਪਹਿਲਾਂ ਇਹ ਚਲਾ ਦਿੰਦੇ ਸੀ ਮੈਂ ਉੱਪਰ ਨਹੀਂ ਚਲਾਉਂਦਾ, ਚੀਮਾ ਸਾਹਿਬ ਕਿਤੇ ਸੀਟ ਤਾਂ ਨਹੀਂ ਛੱਡ ਰਹੇ। ਇਹ ਵੀ ਗੱਲ ਦਾ ਜਰਾ ਤੁਸੀਂ ਸਵਾਲ ਉਹਨਾਂ ਤੋਂ ਜ਼ਰੂਰ ਪੁੱਛ ਲਿਓ, ਕਿਤੇ ਇੱਥੋਂ ਛੱਡ ਕੇ ਕਿਤੇ ਇੱਧਰ ਉੱਧਰ ਨਾ ਜਾਣ। ਸੋ ਇਹ ਵੀ ਇੱਕ ਮਸਲਾ ਰਹੂਗਾ। ਤੁਸੀਂ ਰੀਪੋਲਿੰਗ ਦੀ ਗੱਲ ਕੀਤੀ ਹੈ, ਮੱਕੇ ਵਾਲੇ ਵਾਰ ਤੋਂ ਰੀਪੋਲਿੰਗ ਦੀ ਕੋਈ ਕਰਾਉਂਗੇ? ਹਾਂਜੀ ਮੈਂ ਤਾਂ ਪਹਿਲਾਂ ਆਪ ਗੱਲ ਕਰਤੀ। ਤੁਸੀਂ ਇੰਟੈਲੀਜੈਂਟ ਪੱਤਰਕਾਰ ਹੋ, ਗੱਲਾਂ ਚੋਂ ਫੜ ਲਿਆ ਕਰੋ। ਕਹਿ ਤਾਂ ਰਿਹਾ ਵਾਂ, ਤੁਸੀਂ ਫਿਰ ਦੁਬਾਰਾ ਉਹੀ ਸਵਾਲ ਟਾਈਮ ਕਲੀਅਰ ਕਰ ਦਿਓ ਥੋੜਾ ਜਿਹਾ ਦੀ ਐਡਜਸਟਮੈਂਟ ਕੀ ਹੋਊਗੀ। ਇਹ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਆ ਰਾਜਨੀਤੀ ਔਰ ਡੈਮੋਕ੍ਰੇਸੀ 'ਚ। ਲੋਕੀ ਕਹਿ ਦਿੰਦੇ ਆ ਥੱਲੇ ਵੀ ਲੋਕਾਂ ਦੇ ਵਿੱਚ ਤਾਂ ਹੀ ਮੈਸੇਜ ਜਾਊਗਾ। ਮੁੱਦਿਆਂ ਦੀ ਰਾਜਨੀਤੀ ਕਦੋਂ ਹੋਊਗੀ? ਜਦੋਂ ਤੁਸੀਂ ਆਪਸ 'ਚ ਜਦੋਂ ਬੋਲਣਾ ਹੀ ਨਹੀਂ ਕਿਸੇ ਨਾਲ। ਚਲੋ ਸੱਦਾ ਦੇ ਦਿੰਦੇ ਆ, ਇਹਦੇ ਅੰਦਰ ਕੀ ਆ। ਦੇਖੋ ਅੱਜ ਨਾ ਮੈਂ ਹੁਣ ਚੰਗਾ ਨਹੀਂ ਲੱਗਦਾ ਇਸ ਟਾਈਮ, ਸ਼ਾਇਦ ਥੋੜੇ ਅਗਲੇ ਕਹਿਣਗੇ ਸਵਾਦ ਜਿਹਾ ਲੈਂਦੇ ਆ, ਹੁਣ ਅਸੀਂ ਆਪ ਹੀ ਚੱਲ ਜਾਾਂਗੇ। ਉਹ ਕੋਈ ਗੱਲ ਨਹੀਂ, ਤੁਸੀਂ ਐਵੇਂ ਸ਼ਰਾਰਤਾਂ ਨਾ ਕਰਾਇਆ ਕਰੋ। ਰੂਪਨਗਰ ਤੋਂ ਸਚਨ ਸਿੰਘ ਸੈਣੀ ਦੀ ਰਿਪੋਰਟ ਦਾ TV NRI।